ਬੜਾ ਆਫਰ ਕੇ ਵੀ ਰੱਜਿਆ ਨਾ, ਕਿੱਦਾਂ ਇਹ ਭੁੱਖ ਮਿਟਾਵਾਂ ਮੈਂ। ਹਰ ਦੌੜ ਵੀ ਜਿੱਤਣੀ ਚਾਹੁੰਦਾ ਹਾਂ, ਪਰ ਜਿੱਤ ਵੀ ਕਿਹਨੂੰ ਦਿਖਾਵਾਂ ਮੈਂ। ਬੜੀ ਦੂਰ ਮੈਂ ਭੱਜਦਾ ਪਹੁੰਚ ਗਿਆ, ਹੁਣ ਕਿੱਦਾਂ ਸਫ਼ਰ ਹੰਢਾਵਾਂ ਮੈਂ। ਕੋਈ ਸੁਣ ਲਏ ਦਿਲ ਦੀਆਂ ਕੂਕਾਂ ਜੇ, ਉਹਨੂੰ ਜਿੱਤ ਦਾ ਮੁੱਲ ਦਿਖਾਵਾਂ ਮੈਂ। ਡੁੱਬਦੇ ਲਈ ਤਿਨਕਾ ਬਣ ਜਾਈਏ, ਡਿੱਗਦੇ ਦੀ ਬਾਂਹ ਫੜ ਲਈਏ, ਮੰਜ਼ਿਲ ਆਪਣੀ ਪਾਉਂਦੇ ਪਾਉਂਦੇ ਭੁੱਲਿਆਂ ਦਾ ਵੀ ਰਾਹ ਬਣ ਜਾਈਏ। ਹੈਲੋ ਐਂਡ ਵੈਲਕਮ ਟੂ ਆਰ ਨੈਕਸਟ ਐਪੀਸੋਡ ਆਫ ਪੋਡਕਾਸਟ ਆਗਾਜ਼। ਅੱਜ ਆਪਾਂ ਗੱਲ ਕਰਾਂਗੇ ਹਾਊ ਇੰਪੋਰਟੈਂਟ ਇਜ਼ ਵਿਨਿੰਗ ਐਂਡ ਸਪੋਰਟਿੰਗ ਐਂਡ ਵਾਟਸ ਦਾ ਕੋਰਿਲੇਸ਼ਨ ਬਿਟਵੀਨ ਵਿਨਿੰਗ ਐਂਡ ਸਪੋਰਟਿੰਗ। ਅੱਜ ਦੇ ਟੌਪਿਕ 'ਚ ਮੈਨੂੰ ਜੁਆਇਨ ਕਰਨਗੇ ਅਨੁਭਵ ਤੇ ਹਰਪ੍ਰੀਤ। ਆਪਾਂ ਸ਼ੁਰੂ ਕਰਦੇ ਹਾਂ ਕੁਝ ਰਾਈਟਿੰਗਸ ਤੋਂ ਜੋ ਹਰਪ੍ਰੀਤ ਨੇ ਲਿਖੀਆਂ ਔਰ ਅਨੁਭਵ ਨੇ ਲਿਖੀਆਂ। ਅਨੁਭਵ, ਤੁਸੀਂ ਸ਼ੁਰੂ ਕਰਨਾ ਚਾਹੋਗੇ ਆਪਣੀ ਰਾਈਟਿੰਗ ਤੋਂ? ਥੈਂਕ ਯੂ, ਤੁਸੀਂ ਸਾਡੇ ਲਈ ਫੇਰ ਸਮਾਂ ਕੱਢਿਆ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਆਪਣੀ ਲਿਖਤ ਵੱਲ ਵੱਧਦਾ। ਬੜਾ ਆਫਰ ਕੇ ਵੀ ਰੱਜਿਆ ਨਾ, ਕਿੱਦਾਂ ਇਹ ਭੁੱਖ ਮਿਟਾਵਾਂ ਮੈਂ। ਬੜਾ ਆਫਰ ਕੇ ਵੀ ਰੱਜਿਆ ਨਾ, ਕਿੱਦਾਂ ਇਹ ਭੁੱਖ ਮਿਟਾਵਾਂ ਮੈਂ। ਹਰ ਦੌੜ ਵੀ ਜਿੱਤਣੀ ਚਾਹੁੰਦਾ ਹਾਂ, ਪਰ ਜਿੱਤ ਵੀ ਕਿਹਨੂੰ ਦਿਖਾਵਾਂ ਮੈਂ। ਬੜੀ ਦੂਰ ਮੈਂ ਭੱਜਦਾ ਪਹੁੰਚ ਗਿਆ, ਹੁਣ ਕਿੱਦਾਂ ਸਫ਼ਰ ਹੰਢਾਵਾਂ ਮੈਂ। ਕੋਈ ਸੁਣ ਲਏ ਦਿਲ ਦੀਆਂ ਕੂਕਾਂ ਜੇ, ਉਹਨੂੰ ਜਿੱਤ ਦਾ ਮੁੱਲ ਦਿਖਾਵਾਂ ਮੈਂ। ਹਮਰਾਹੀ ਮਿਲ ਜਾਏ ਭਟਕ ਰਿਹਾ, ਉਹਨੂੰ ਆਪਣਾ ਹੱਥ ਫੜਾਵਾਂ ਮੈਂ। ਬੜਾ ਅੱਖੀਂ ਰੜਕ ਕੇ ਦੇਖ ਲਿਆ, ਕਿਸੇ ਦਿਲ ਵਿੱਚ ਪੈਰ ਟਿਕਾਵਾਂ ਮੈਂ। ਖੌਰੇ ਖੁਦ ਭਖ ਕੇ ਰਸਤੇ ਵਿੱਚ, ਉਸ ਲਈ ਨਿੱਘ ਬਣ ਜਾਵਾਂ ਮੈਂ। ਬੜਾ ਜਿੱਤ ਕੇ ਵੀ ਨਾ ਮਿਲਦਾ ਏ, ਕਿੱਦਾਂ ਦਰ ਚੈਨ ਦੇ ਜਾਵਾਂ ਮੈਂ। ਤਾਸੀਰ ਬਦਲ ਕੇ ਦੇਖ ਲਵਾਂ, ਬਸ ਮੈਨੂੰ ਜੇ ਭੁੱਲ ਜਾਵਾਂ ਮੈਂ। ਤਾਸੀਰ ਬਦਲ ਕੇ ਦੇਖ ਲਵਾਂ, ਬਸ ਮੈਨੂੰ ਜੇ ਭੁੱਲ ਜਾਵਾਂ ਮੈਂ। ਚੱਲ ਡੁੱਬਦੇ ਨੂੰ ਵੀ ਤਾਰ ਦੇਖਾਂ, ਖੌਰੇ ਦੁਆ ਦੇ ਵਿੱਚ ਜੁੜ ਜਾਵਾਂ ਮੈਂ। ਖੌਰੇ ਦੁਆ ਦੇ ਵਿੱਚ ਜੁੜ ਜਾਵਾਂ। ਬਹੁਤ ਵਧੀਆ, ਬਹੁਤ ਵਧੀਆ। ਤੇ ਹਰਪ੍ਰੀਤ, ਤੁਸੀਂ ਜੋ ਲਿਖਿਆ ਸੀਗਾ ਤੁਸੀਂ ਸਾਂਝਾ ਕਰਨਾ ਚਾਹੋਗੇ? ਧੰਨਵਾਦ ਜੰਦੀਪ, ਮੈਨੂੰ ਆਪਣੇ ਦੂਜੇ ਐਪੀਸੋਡ ਦੇ ਵਿੱਚ ਸ਼ਾਮਲ ਕਰਨ ਵਾਸਤੇ ਵੀ। ਤੇ ਅਨੁਭਵ, ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਤੇ ਮੈਂ ਵੀ ਕੁਝ ਪੰਕਤੀਆਂ ਲਿਖੀਆਂ ਸੀਗੀਆਂ ਜੰਦੀਪ, ਜਿਹੜੇ ਕਿ ਕੁਝ ਇਸ ਤਰ੍ਹਾਂ ਨੇ। ਡੁੱਬਦੇ ਲਈ ਤਿਨਕਾ ਬਣ ਜਾਈਏ, ਡਿੱਗਦੇ ਦੀ ਬਾਂਹ ਫੜ ਲਈਏ। ਡੁੱਬਦੇ ਲਈ ਤਿਨਕਾ ਬਣ ਜਾਈਏ, ਡਿੱਗਦੇ ਦੀ ਬਾਂਹ ਫੜ ਲਈਏ, ਮੰਜ਼ਿਲ ਆਪਣੀ ਪਾਉਂਦੇ ਪਾਉਂਦੇ ਭੁੱਲਿਆਂ ਦਾ ਵੀ ਰਾਹ ਬਣ ਜਾਈਏ। ਮੰਜ਼ਿਲ ਆਪਣੀ ਪਾਉਂਦੇ ਪਾਉਂਦੇ ਭੁੱਲਿਆਂ ਦਾ ਵੀ ਰਾਹ ਬਣ ਜਾਈਏ। ਜਿੱਤਣਾ ਹਾਰਨਾ ਚੱਲਦਾ ਰਹਿਣਾ, ਰੋਣਾ ਹੱਸਣਾ ਲੱਗਦਾ ਰਹਿਣਾ। ਜਿੱਤਣਾ ਹਾਰਨਾ ਚੱਲਦਾ ਰਹਿਣਾ, ਰੋਣਾ ਹੱਸਦਾ ਲੱਗਦਾ ਰਹਿਣਾ। ਹਾਰ ਤੇ ਰੋਂਦੇ ਨੂੰ ਗੜ ਨਾਲ ਲਾ ਕੇ, ਸਰਬਤ ਦਾ ਭਲਾ ਮੰਗ ਲਈਏ, ਸਰਬਤ ਦਾ ਭਲਾ ਮੰਗ ਲਈਏ। ਬਹੁਤ ਵਧੀਆ ਹਰਪ੍ਰੀਤ, ਬਹੁਤ ਹੀ ਵਧੀਆ ਲਿਖਿਆ। ਆਪਾਂ ਅੱਜ ਦਾ ਟੌਪਿਕ ਡਿਸਕਸ ਕਰਨਾ ਸ਼ੁਰੂ ਕਰਾਂਗੇ ਇੱਕ ਬੜੇ ਬੇਸਿਕ ਕੁਐਸਚਨ ਤੋਂ। ਪਹਿਲਾ ਕੁਐਸਚਨ ਹੈ, what does winning mean? ਮਤਲਬ ਤੁਹਾਡੇ ਲਈ ਜਿੱਤਣਾ ਕਿੰਨਾ ਇੰਪੋਰਟੈਂਟ ਹੈ ਔਰ ਤੁਹਾਡੇ ਲਈ ਸਪੋਰਟ ਕਿੰਨੀ ਇੰਪੋਰਟੈਂਟ ਹੈ? ਅਨੁਭਵ, ਤੁਸੀਂ ਸ਼ੁਰੂ ਕਰੋਗੇ ਕੁਝ ਆਪਣੇ ਪਰਸਨਲ ਐਗਜ਼ਾਮਪਲ ਤੇ ਕੁਝ ਸਾਨੂੰ ਐਕਸਪਲੇਨ ਕਰਨਾ ਚਾਹੋ ਜਾਂ ਸਾਨੂੰ ਦੱਸਣਾ ਚਾਹੋ ਕਿ ਤੁਹਾਡੇ ਲਈ ਕੀ ਮਾਇਨੇ ਰੱਖਦਾ ਹੈ ਜਿੱਤਣਾ? ਮੇਰੇ ਲਈ ਜਿੱਤਣਾ ਇੱਕ ਸੰਤੁਸ਼ਟੀ ਆ। ਜਿੱਤਣਾ ਇੱਕ ਮੇਰੇ ਲਈ ਕਿਸੇ ਵੀ ਕਾਰਜ ਦਾ ਸੰਪੂਰਨ ਹੋ ਕੇ ਉਹਦਾ ਫਲ ਮਿਲਣਾ, ਮੇਰੇ ਲਈ ਉਹ ਜਿੱਤਣਾ। ਜ਼ਿੰਦਗੀ ਦੇ ਵਿੱਚ ਆਪਾਂ ਜਿਹੜੇ ਵੀ ਪੜਾਅ ਦੇ ਵਿੱਚ ਹੁੰਦੇ ਆ, ਆਪਾਂ ਜੋ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੇਖ ਰਹੇ ਹੁੰਦੇ ਆ, ਉਹਨਾਂ ਦੇ ਹਿਸਾਬ ਦੇ ਨਾਲ ਆਪਾਂ ਆਪਣੇ ਕੁਝ ਮੰਤਵ ਬਣਾ ਲੈਂਦੇ ਹਾਂ, ਕੋਈ ਮੰਜ਼ਿਲਾਂ ਤੱਕ ਬਣਾ ਲੈਂਦੇ ਆ ਕਿ ਇਸ ਮੰਜ਼ਿਲ ਤੱਕ ਪਹੁੰਚਣਾ ਮੇਰਾ ਮੰਤਵ। ਸੋ ਉੱਥੋਂ ਤੱਕ ਪਹੁੰਚਣਾ, ਉਹਦਾ ਸਫ਼ਰ ਤੈਅ ਕਰਨਾ, ਸਫ਼ਰ ਦੇ ਵਿੱਚ ਮੁਸ਼ਕਿਲਾਂ ਨੂੰ ਖਤਮ ਕਰਨਾ, ਉਹਨਾਂ ਤੋਂ ਉੱਠਣਾ,
ਸੋ ਮੇਰੇ ਲਈ ਉਹ ਜਿੱਤ ਦਾ ਰਾਹ ਤੈਅ ਕਰਨਾ। ਦੋ ਲਾਈਨਾਂ ਇਹਦੇ ਵਿੱਚ ਰਿਪੀਟ ਕਰੂੰਗਾ। ਹਮਰਾਹੀ ਮਿਲ ਜਾਏ ਭਟਕ ਰਿਹਾ, ਉਹਨੂੰ ਆਪਣਾ ਹੱਥ ਫੜਾਵਾਂ ਮੈਂ, ਬੜਾ ਅੱਖੀਂ ਰੜਕ ਕੇ ਦੇਖ ਲਿਆ, ਕਿਸੇ ਦਿਲ ਵਿੱਚ ਪੈਰ ਟਿਕਾਵਾਂ ਮੈਂ, ਖੌਰੇ ਖੁਦ ਭਖ ਕੇ ਇਸ ਰਸਤੇ ਵਿੱਚ, ਉਸ ਲਈ ਨਿੱਘ ਬਣ ਜਾਵਾਂ ਮੈਂ, ਬੜਾ ਜਿੱਤ ਕੇ ਵੀ ਨਾ ਮਿਲਦਾ ਏ ਕਿੱਦਾਂ ਦਰ ਚੈਨ ਦੇ ਜਾਂਦਾ। ਪਰ ਮੇਰਾ ਇਹ ਜਿਹੜਾ ਮੇਰਾ ਸੋਚਣ ਦਾ ਤਰੀਕਾ ਸੀ, ਜਾਂ ਜੋ ਮੇਰੀ ਸੋਚ ਮੈਨੂੰ ਕਹਿੰਦੀ ਸੀ, ਉਹ ਇਹ ਸੀ ਕਿ ਤੁਹਾਡੀ ਜਿਹੜੀ ਸਪੋਰਟ ਹੈ ਜਾਂ ਤੁਹਾਡੀ ਜਿਹੜੀ ਜਿੱਤ ਆ, ਉਹ ਐਟ ਦੀ ਐਂਡ ਆਫ ਦਾ ਡੇ ਤੁਹਾਡੇ ਲਈ ਸਕੂਨ ਬਣਨਾ ਚਾਹੀਦਾ। ਹਾਂਜੀ ਬਹੁਤ ਸੰਦੀਪ। ਬਹੁਤ ਸੋਹਣਾ ਕਿਹਾ ਅਨੁਭਵ। ਮੈਂ ਚਾਹਾਂਗਾ ਹਰਪ੍ਰੀਤ ਆਪਣਾ ਵਿਚਾਰ ਸਾਂਝਾ ਕਰਨ ਕਿ ਤੁਹਾਡੇ ਲਈ ਜਿੱਤ ਦੇ ਕੀ ਮਾਇਨੇ ਨੇ, ਤੁਸੀਂ ਜਿੱਤ ਨੂੰ ਕਿੱਦਾਂ ਵੇਖਦੇ ਹੋ, ਔਰ ਤੁਹਾਡੇ ਲਈ ਸਪੋਰਟ ਦੇ ਕੀ ਮਾਇਨੇ ਨੇ। ਜਿੱਤਣਾ ਮੇਰੇ ਵਾਸਤੇ ਮਾਇਨੇ ਜ਼ਰੂਰ ਰੱਖਦਾ, ਕਿਉਂਕਿ ਜਿੱਤਣ ਤੋਂ ਮੈਂ ਭਾਵ ਮੰਨਦਾ ਕਿ ਮੈਂ ਇਹ ਦੱਸ ਸਕਦਾ ਕਿ ਮੈਂ ਇਸ ਚੀਜ਼ ਦੇ ਵਿੱਚ ਵਧੀਆ। ਜਿਹੜੇ ਕਿਸੇ ਮੁਕਾਮ ਦੇ ਵਿੱਚ ਜੇ ਕੋਈ ਜਿੱਤ ਪਾਉਂਦਾ ਹੈ ਤਾਂ ਉਹਦਾ ਮਤਲਬ ਇਹੀ ਆ ਕਿ ਉਹ ਉਸ ਚੀਜ਼ 'ਚ ਵਧੀਆ ਨਿਪੁੰਨ ਆ। ਤੇ ਭਾਵੇਂ ਸਪੋਰਟਸ ਆ, ਭਾਵੇਂ ਕਰੀਅਰ ਆ, ਭਾਵੇਂ ਉਹ ਇੱਕ ਨੋਰਮਲ ਲੀਡਰਸ਼ਿਪ ਆ, ਹੈਨਾ। ਜਦੋਂ ਤੁਸੀਂ ਆਪਦੀ ਜਿੱਤ ਦੂਜੇ ਨੂੰ ਦੱਸੋ ਤਾਂ ਤੁਹਾਡੇ ਬਾਰੇ ਕੋਈ ਪੜ੍ਹੇ ਤੁਹਾਡੀ ਜਿੱਤ ਬਾਰੇ ਜਾਂ ਤੁਹਾਡੇ ਤੋਂ ਸੁਣੇ, ਉਹਨੂੰ ਵੀ ਚੰਗਾ ਲੱਗੇ। ਤੇ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਸੀਗਾ ਕਿ ਸਪੋਰਟ ਕਿੰਨੀ ਜ਼ਰੂਰੀ ਆ, ਲੈਣੀ ਜਾਂ ਦੇਣੀ, ਹੈਨਾ, ਜ਼ਿੰਦਗੀ ਦੇ ਵਿੱਚ ਇਹਦੇ ਮਾਇਨੇ ਕੀ ਨੇ। ਸਪੋਰਟ ਇੱਕ ਬਹੁਤ ਹੀ ਜ਼ਿਆਦਾ ਜ਼ਰੂਰੀ ਅੰਗ ਆ ਜ਼ਿੰਦਗੀ ਦਾ। ਮੈਂ ਕਹੂੰਗਾ ਫਿਰ ਦੁਬਾਰਾ ਜੰਦੀਪ ਕਿ ਅਨਫੇਅਰ ਹੋਊਗਾ ਮੇਰੇ ਵਾਸਤੇ, ਮੈਂ ਕਹੂੰ ਜੇ ਮੈਂ ਕਹਿਦਾ ਕਿ ਮੈਂ ਸਾਰਾ ਕੁਝ ਆਪਦੇ ਆਪ ਕੀਤਾ ਜ਼ਿੰਦਗੀ ਦੇ ਵਿੱਚ, ਮੈਨੂੰ ਲਗਾਤਾਰ ਸਪੋਰਟ ਮਿਲਦੀ ਰਹੀ ਹੈ ਜ਼ਿੰਦਗੀ ਦੇ ਵਿੱਚ, ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਕਿਸੇ ਨਾ ਕਿਸੇ ਵਿਅਕਤੀ ਤੋਂ ਜਾਂ ਕਿਸੇ ਨਾ ਕਿਸੇ ਵਸਤੂ ਤੋਂ। ਤੇ ਉਹ ਸਪੋਰਟ ਸਦਕਾ ਹੀ ਮੈਂ ਅੱਜ ਇਸ ਜਿੱਥੇ ਵੀ ਹੈਗਾ ਉੱਥੇ ਪਹੁੰਚਿਆ। ਤੇ ਮੈਨੂੰ ਲੱਗਦਾ ਕਿ ਸਪੋਰਟ ਜਿੰਨੀ ਮਿਲਣੀ ਜ਼ਰੂਰੀ ਆ, ਉਨੀ ਹੀ ਸਪੋਰਟ ਦੇਣੀ ਵੀ ਜ਼ਰੂਰੀ ਆ ਬੰਦੇ ਨੂੰ। ਤੇ ਸਪੋਰਟ ਦੇਣ ਤੋਂ ਮੈਂ ਭਾਵ ਮੰਨਦਾ ਕਿ ਕਿਸੇ ਦਾ ਕੱਦ ਆਪਾਂ ਉੱਚਾ ਚੱਕ ਸਕਦੇ ਹਾਂ ਜ਼ਿੰਦਗੀ ਦੇ ਵਿੱਚ, ਤਾਂ ਉਹ ਜ਼ਰੂਰ ਕਰਨਾ ਚਾਹੀਦਾ। ਜਿਵੇਂ ਭਾਜੀ ਨੇ ਕਿਹਾ, ਅਨੁਭਵ ਭਾਜੀ ਨੇ, ਕਿ ਉਹ ਚੀਜ਼ ਕਰਕੇ ਨਾ ਇੱਕ ਆਨੰਦ ਆਉਂਦਾ ਅੰਦਰੋਂ, ਹੈਨਾ। ਤੇ ਉਹ ਜਿਹੜਾ ਮੈਨੂੰ ਲੱਗਦਾ ਕਿ ਦੂਜੇ ਨੂੰ ਸਪੋਰਟ ਕਰਕੇ ਉਹ ਜਿਹੜੀ ਤੁਹਾਨੂੰ ਖੁਸ਼ੀ ਪ੍ਰਾਪਤ ਹੋਣੀ ਹੈ ਨਾ, ਉਹ ਬੰਦੇ ਦਾ ਕੱਦ ਉੱਚਾ ਚੱਕ ਕੇ, ਉਹਦਾ ਕੋਈ ਪ੍ਰਾਈਸ ਨਹੀਂ ਹੈਗਾ। ਉਹ ਜਿੱਤ ਤੋਂ ਵੀ ਉੱਚੀ ਆ ਮੇਰੇ ਹਿਸਾਬ ਨਾਲ। ਇੱਕ ਤਾਂ ਜਿੱਤ ਕੀ ਹੁੰਦੀ ਆ, ਅੱਜ ਸਪੋਜ਼ ਕਰੋ ਜੇ ਅੱਜ ਮੈਂ ਜਿੱਤ ਜਾ ਕਿ ਮੈਂ ਆਪਣੀ ਕੰਪਨੀ ਦਾ ਹੈਡ ਬਣ ਜਾ, ਹੈਨਾ, ਤੇ ਉਹ ਮੇਰੀ ਜਿੱਤ ਆ। ਤੇ ਉਹ ਜਿੱਤ ਕੀ ਹੋਊਗਾ ਕਿ ਕੱਲ ਨੂੰ ਕੋਈ ਆ ਕੇ ਮੈਨੂੰ ਰਿਪਲੇਸ ਕਰ ਜਾਊਗਾ, ਟੈਂਪਰੇਰੀ ਆ, ਕੋਈ ਹੋਰ ਨੇ ਹੈਡ ਆ ਕੇ ਬਣ ਜਾਣਾ ਕੱਲ ਨੂੰ, ਜਾਂ ਚਲੋ। ਤੇ ਪਰ ਇੱਕ ਦੂਜੀ ਗੱਲ ਇਹ ਹੈ ਕਿ ਜੇ ਮੈਂ ਕਿਸੇ ਨੂੰ ਕਹਾਂ ਕਿ ਮੈਂ ਕਿਸੇ ਨੂੰ ਹੈਲਪ ਕਰਕੇ ਕਿਸੇ ਨੂੰ ਕੰਪਨੀ ਦਾ ਹੈਡ ਬਣਾਤਾ, ਉਹ ਜਿੱਤ ਮੇਰੇ ਤੋਂ ਕੋਈ ਨਹੀਂ ਖੋ ਸਕਦਾ। ਉਹ ਵਾਲੀ ਜਿਹੜੀ ਉਹ ਚੀਜ਼ ਆ, ਉਹ ਕਿਹੜਾ ਹੋਗੀ ਤਾਂ ਉਹ ਮੇਰੀ ਸੈਟਿਸਫੈਕਸ਼ਨ ਉਮਰ ਭਰ ਲਈ ਹੋ ਜੂਗੀ। ਥੈਂਕ ਯੂ ਹਰਪ੍ਰੀਤ, ਥੈਂਕਸ ਅ ਲੋਟ। ਬਹੁਤ ਵਧੀਆ। ਮੇਰੇ ਲਈ ਜਿੱਤ ਦੇ ਜੋ ਬੈਂਚਮਾਰਕ ਨੇ ਉਹ ਤੁਸੀਂ ਆਪ ਸੈੱਟ ਕਰਦੇ ਹੋ ਬੇਸਿਕਲੀ। ਮੈਨੂੰ ਇਦਾਂ ਲੱਗਦਾ ਇਹਦੇ ਲਈ ਸੈਲਫ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ, ਆਪਣੇ ਆਪ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਨੂੰ ਲੱਗਦਾ ਕਿ ਨਾ ਇਹ ਪਛਾਣ ਕਰਨੀ ਬਹੁਤ ਜ਼ਰੂਰੀ ਆ ਕਿ ਜੇ ਆਪਾਂ ਜਿੱਤਣਾ ਨਾ ਆਪਣਾ, ਫਿਰ ਉਹੀ ਪ੍ਰਸ਼ਨ ਆ ਗਿਆ, ਜਿੱਤਣਾ ਕਿਉਂ ਆ, ਕੋਈ ਬੈਨੀਫਿਟ ਕੀ ਹੈ ਨਾ, ਬੈਨੀਫਿਟ ਕੀ ਹੈ, ਵਟ ਇਜ਼ ਦੀ ਆਊਟਕਮ। ਹਾਂਜੀ ਬਿਲਕੁਲ ਬਿਲਕੁਲ। ਆਪਣਾ ਇੱਕ ਬਹੁਤ ਸੀਨੀਅਰ ਮੈਨੇਜਰ ਹੈ ਕੰਪਨੀ 'ਚ, ਰਾਈਟ, ਔਰ ਉਹਦੇ ਥੱਲੋਂ ਐਟਲੀਸਟ ਮਤਲਬ ਉਹਦੇ ਅੰਡਰ ਆਪਾਂ ਐਟਲੀਸਟ ਕੰਪਨੀ ਵਿੱਚ 8 ਤੋਂ 9 ਹੈਡ ਆਫ ਡਿਪਾਰਟਮੈਂਟ ਬੰਦੇ ਵੇਖੇ ਆ। ਵਾਹ ਜੀ, ਬਹੁਤ ਸੋ ਵਧੀਆ। ਬੇਸਿਕਲੀ ਆਈ ਥਿੰਕ ਇਟਸ ਅ ਗ੍ਰੇਟ ਵਿਨ ਫॉर ਹਿਮ, ਆਫ ਕੋਰਸ। ਜਾਂ ਕਿਸੇ ਲਈ ਵੀ। ਜਦੋਂ ਇੱਥੇ ਆਈ ਥਿੰਕ ਵਿਨਿੰਗ ਐਂਡ ਸਪੋਰਟਿੰਗ ਕੋਰਿਲੇਟ ਕਰਦੀ ਹੈ। ਹੀ ਵਨ ਫॉर ਹਿਮਸੈਲਫ, ਉਹ ਜਿੱਤ ਚੁੱਕਿਆ ਸੀਗਾ ਆਪਣੇ ਆਪ ਲਈ, ਉਹ ਹਰ ਬੰਦੇ ਨੂੰ ਜਿਤਾ ਕੇ ਵੀ ਜਿੱਤ ਰਿਹਾ ਸੀਗਾ। ਨਾਈਸ। ਮਤਲਬ ਇਹ ਚੀਜ਼ ਮੈਂ ਨੋਟਿਸ ਕੀਤੀ ਹੈ, ਐਂਡ ਆਈ ਟਰਾਈ ਮਾਈ ਲੈਵਲ ਬੈਸਟ ਕਿ ਅਗਰ ਇਹ ਚੀਜ਼ ਮੈਂ ਆਪਣੇ ਆਪ 'ਚ ਇਨਕੋਰਪੋਰੇਟ ਕਰ ਸਕਾਂ ਕਿਸੇ ਪੁਆਇੰਟ ਤੇ ਜਾ ਕੇ। ਉਸ ਤੋਂ ਬਾਅਦ ਉਹਨੇ ਦੇਖਿਆ ਯਾਰ ਵੀ ਕਿਉਂ ਨਾ ਆਪਾਂ ਦੂਜਿਆਂ ਨੂੰ ਜਿਤਾਈਏ, ਹੈ ਨਾ। ਇੱਕ ਤਾਂ ਹੁੰਦਾ ਕਿ ਮੈਂ ਜਿੱਤ ਗਿਆ ਤੇ ਮੈਂ ਹੁਣ ਫਿਰ ਲੈਣੇ ਨਜ਼ਾਰੇ ਆਪਣੇ ਐਸ਼ ਕਰਨੇ, ਠੀਕ ਆ, ਆਈ ਐਮ ਨੋਟ ਅਗੇਂਸਟ ਇਟ, ਉਹ ਬੰਦੇ ਦੀ ਆਪਣੀ ਪਰਸਨਲ ਚੋਇਸ ਆ। ਪਰ ਮੈਨੂੰ ਲੱਗਦਾ ਜਿਹੜੀ ਸਪੋਰਟ ਕਰਕੇ ਜੋ ਸੈਟਿਸਫੈਕਸ਼ਨ ਮਿਲਦੀ ਹੈ ਨਾ, ਉਹ ਐਂਡਲੈਸ ਹੈਪੀਨੈਸ ਆ। ਮੈਂ ਸਮਝਦਾ ਇਹ ਦੋਨੋਂ ਚੀਜ਼ਾਂ ਸਾਈਡ ਬਾਏ ਸਾਈਡ ਚੱਲਦੀਆਂ
ਚੱਲ ਸਕਦੀਆਂ ਵੀ ਤੇ ਚੱਲਦੀਆਂ ਵੀ ਆ ਉਸ ਦਿਮਾਗ ਦੇ ਵਿੱਚ ਤੇ ਉਸ ਮਨ ਦੇ ਵਿੱਚ ਜਿਹੜਾ ਸੰਤੁਸ਼ਟ ਆ ਆਪਣੇ ਆਪ ਤੋਂ, ਆਪਣੇ ਸ਼ਖਸੀਅਤ ਤੋਂ, ਆਪਣੀਆਂ ਕੈਪੇਬਿਲਿਟੀਜ਼ ਤੋਂ, ਜਿਹਨੂੰ ਇੱਕ ਐਕਸਟਰਨਲ ਮੀਡੀਅਮ ਨਹੀਂ ਕੋਈ ਚਾਹੀਦਾ ਉਹਨੂੰ ਪ੍ਰੂਵ ਕਰਨ ਦੇ ਲਈ ਕਿ ਉਹ ਕਿੰਨਾ ਐਫੀਸ਼ੀਐਂਟ ਆ। ਉਹ ਬੰਦਾ ਆਪਣੀ ਜਿੱਤ ਲਈ ਵੀ ਕੰਮ ਕਰਦਾ ਤੇ ਨਾਲ ਨਾਲ ਉਹ ਕਿਸੇ ਨੂੰ ਜਿਤਾਉਣ ਦੇ ਵਿੱਚ ਵੀ ਆਪਦਾ ਯੋਗਦਾਨ ਦਿੰਦਾ। ਇੱਕ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਜਾਂ ਫਿਰ ਆਪਾਂ ਜਦੋਂ ਇੱਕ ਆਪਣਾ ਸਰਕਲ ਬਣਾਉਣਾ ਸ਼ੁਰੂ ਕਰਦੇ ਆ, ਇਟ ਕੁਡ ਬੀ ਯੂਰ ਕਜ਼ਨਸ, ਇਟ ਕੁਡ ਬੀ ਯੂਰ ਫਰੈਂਡਸ, ਜਦੋਂ ਇੱਕ ਪਰਸਨਲ ਸਰਕਲ ਬਣਨਾ ਸ਼ੁਰੂ ਹੁੰਦਾ ਉਹਦੇ ਵਿੱਚ ਅਗਰ ਆਪਾਂ ਨੇ ਕਿਸੇ ਤੋਂ ਸਪੋਰਟ ਲੈਣੀ ਹੈ, ਹਰਪ੍ਰੀਤ ਕੀ ਵਿਚਾਰ ਹੈ ਤੁਹਾਡਾ? ਹਰਪ੍ਰੀਤ, ਤੇ ਮੈਨੂੰ ਲੱਗਦਾ ਕਿ ਸਪੋਰਟ ਇੱਕ ਜ਼ਰੂਰਤ ਆ ਜਿਹਦੇ ਵਿੱਚ ਬੰਦੇ ਨੂੰ ਨੀਵਾਂ ਹੋਣਾ ਪੈਂਦਾ। ਸਭ ਤੋਂ ਪਹਿਲੀ ਗੱਲ ਤਾਂ ਐਕਨੋਲੇਜ ਕਰੋ ਕਿ ਮੈਨੂੰ ਜ਼ਰੂਰਤ ਆ, ਤੇ ਦੂਜੀ ਚੀਜ਼ ਇਹ ਐਕਨੋਲੇਜ ਕਰਨੀ ਪੈਂਦੀ ਕਿ ਮੈਨੂੰ ਨੀਵਾਂ ਹੋਣਾ ਪੈਣਾ, ਤੇ ਤੀਜੀ ਚੀਜ਼ ਇਹ ਐਕਨੋਲੇਜ ਕਰਨੀ ਪੈਣੀ ਆ ਕਿ ਇਹ ਮੰਨ ਕੇ ਚੱਲਣਾ ਪੈਣਾ ਕਿ ਸਪੋਰਟ ਸ਼ਾਇਦ ਨਾ ਵੀ ਹੋਵੇ। ਇਹ ਜਿਹੜੀ ਇਨਸਾਨ ਦੀ ਸਭ ਤੋਂ ਵੱਡੀ ਸ਼ਕਤੀ ਕੀ ਆ ਕਿ ਆਪਾਂ ਇੱਕ ਦੂਜੇ ਦੇ ਨਾਲ ਗੱਲ ਕਰ ਸਕਦੇ ਹਾਂ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ, ਇਕੱਠੇ ਚੱਲ ਸਕਦੇ ਹਾਂ। ਮੈਨੂੰ ਲੱਗਦਾ ਕਿ ਸਹਾਇਤਾ ਮੰਗਣੀ ਵੀ ਇੱਕ ਸਕਿੱਲ ਆ ਤੇ ਉਹਨੂੰ ਪਾਉਣ ਵਾਸਤੇ ਬੰਦੇ ਨੂੰ ਨੀਵਾਂ ਹੋਣਾ ਸਿੱਖਣਾ ਪੈਣਾ, ਈਗੋ ਤਿਆਗਣੀ ਪੈਣੀ ਆ। ਮੈਂ ਇੱਕ ਕਿਤਾਬ ਪੜ੍ਹੀ ਸੀ, ਆਈ ਥਿੰਕ ਹਰਪ੍ਰੀਤ ਤੁਸੀਂ ਦਿੱਤੀ ਸੀਗੀ ਮੈਨੂੰ, ਸਟੀਵਨ ਕੋਵੀ ਦੀ ਸੀਗੀ 7 ਹੈਬਿਟਸ ਆਫ ਹਾਈਲੀ ਇਫੈਕਟਿਵ ਪੀਪਲ। ਉਹਦੇ ਵਿੱਚ ਇੱਕ ਕਨਸੈਪਟ ਸੀਗਾ ਇੰਡੀਪੈਂਡੈਂਟ ਹੋਣਾ ਔਰ ਇੰਟਰਡਿਪੈਂਡੈਂਟ ਹੋਣਾ ਦੋ ਅਲੱਗ-ਅਲੱਗ ਚੀਜ਼ਾਂ ਨੇ, ਬਟ ਬਹੁਤ ਕਲੋਜ਼ਲੀ ਡੀਲ ਕਰਦੀਆਂ ਨੇ ਇੱਕ ਦੂਜੇ ਨਾਲ। You will open multiple gates of your life. For example, independent ਤੂੰ ਹੋ ਸਕਦਾ ਆਪਣੇ ਸੇਲਸ ਸਕਿੱਲਸ ਦੇ ਵਿੱਚ, ਠੀਕ ਆ, ਜਾਂ ਕਿਸੇ ਹੋਰ ਪਾਰਟਿਕੂਲਰ ਸਕਿੱਲ ਦੇ ਵਿੱਚ। ਜਦ ਤੂੰ ਇੰਟਰਡਿਪੈਂਡੈਂਟ ਹੁੰਦਾ ਨਾ, ਤੂੰ ਆਪਣਾ ਦਾਇਰਾ ਵੱਡਾ ਕਰ ਲੈਣਾ। ਉਹ ਜਿਹੜਾ ਤੇਰਾ ਦਾਇਰਾ ਜਿਹੜਾ ਵੱਡਾ ਕਰੇਗਾ, ਆਫ ਕੋਰਸ you will have better opportunities and better ways of looking at life. ਸਾਰੀ ਡਿਸਕਸ਼ਨ ਦੇ ਵਿੱਚ ਮੈਂ ਇਹ ਮੰਨਦਾ ਤੁਹਾਨੂੰ ਸਪੋਰਟ ਉਸ ਬੰਦੇ ਦੀ ਮਿਲੂਗੀ ਜਿਹੜਾ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਵੀ ਕੁਝ ਲੈਣਾ ਚਾਹੁੰਦਾ। ਮੈਂ ਤੁਹਾਨੂੰ ਇੱਕ ਕਿੱਸਾ ਸਾਂਝਾ ਕਰਨਾ ਚਾਹੁੰਦਾ, ਮੈਂ ਨਾਲ ਹੀ ਮੇਰੇ ਦਿਮਾਗ 'ਚ ਚੱਲ ਰਿਹਾ ਸੀ। ਚਲੋ ਹਰੇਕ ਦੀ ਜ਼ਿੰਦਗੀ ਦੇ ਵਿੱਚ ਇੱਕ ਮਾੜਾ ਸਮਾਂ ਆਉਂਦਾ, ਮੇਰੀ ਜ਼ਿੰਦਗੀ ਵਿੱਚ ਵੀ ਇੱਕ ਸਾਲ ਬਹੁਤ ਮਾੜਾ ਸੀ। ਉਸ ਸਾਲ ਦੇ ਵਿੱਚ ਹਰਪ੍ਰੀਤ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਇੰਨਾ ਕੁ ਜ਼ਿਆਦਾ ਟੁੱਟ ਗਿਆ ਸੀ। ਮੈਨੂੰ ਮੇਰੇ ਦੋਸਤ ਦੀ, ਮੇਰੇ ਦੋਸਤਾਂ ਦੀ, ਮੇਰੇ ਕਲੋਜ਼ ਰਿਸ਼ਤਿਆਂ ਦੀ ਬਹੁਤ ਜ਼ਰੂਰਤ ਸੀ ਉਸ ਸਮੇਂ ਦੇ ਵਿੱਚ। ਸ਼ਾਇਦ ਦੀਪ ਨੂੰ ਆਈਡੀਆ ਲੱਗ ਗਿਆ ਹੋਵੇ। ਸੋ ਉਸ ਟਾਈਮ ਤੇ ਮੈਂ ਆਪਦੇ ਬਹੁਤ ਇੱਕ ਦੋ ਕਰੀਬੀ ਦੋਸਤ ਸੀ ਮੇਰੇ, ਬਹੁਤ, ਜਿਨ੍ਹਾਂ ਨੂੰ ਮੈਂ ਖੁਦ ਫੋਨ ਕਰਕੇ ਇਸ ਗੱਲ ਦਾ ਮੈਂ ਇਤਲਾਹ ਕੀਤੀ ਸੀ ਕਿ ਭਾਈ ਮੈਨੂੰ ਜ਼ਰੂਰਤ ਆ ਤੁਹਾਡੀ ਪ੍ਰੈਜ਼ੈਂਸ ਦੀ, ਤੁਹਾਡੇ ਸਾਥ ਦੀ। ਮੈਂ ਜਿਸ ਦੌਰ ਚੋਂ ਲੰਘ ਰਿਹਾ ਉਹ ਦੌਰ ਮੇਰੇ ਲਈ ਬਰਦਾਸ਼ਤ ਕਰਨਾ ਵੀ ਬਹੁਤ ਔਖਾ ਹੋ ਗਿਆ। ਮੈਨੂੰ ਉਹਨਾਂ ਚੋਂ ਇੱਕ ਬੰਦੇ ਦਾ ਹਰਪ੍ਰੀਤ 1.5 ਸਾਲ ਬਾਅਦ ਮੈਸੇਜ ਆਇਆ। ਮੇਰੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਉਹਨੇ, ਮੈਨੂੰ ਕੋਈ ਉਹਨੇ ਮੈਸੇਜ ਨਹੀਂ ਕੀਤਾ। 1.5 ਸਾਲ ਬਾਅਦ ਮੈਨੂੰ ਉਸ ਬੰਦੇ ਦਾ ਮੈਸੇਜ ਆਇਆ ਕਿ ਸੌਰੀ ਬਾਈ ਮੈਂ ਪਹੁੰਚ ਨਹੀਂ ਸਕਿਆ। ਮਤਲਬ ਕਈ ਵਾਰੀ ਇਹ ਹੁੰਦਾ ਹਰਪ੍ਰੀਤ, ਦੇਖੋ ਅੱਜ ਦਾ ਸਮਾਂ ਹੈ ਨਾ ਜਿਹੜਾ ਆਪਾਂ ਮੈਂ ਤੋਂ ਬਾਹਰ ਨਹੀਂ ਨਿਕਲਦੇ। ਮੈਂ ਸਿਰਫ ਇਸ ਕਰਕੇ ਡਿਫਰ ਕਰੂੰਗਾ, ਮੈਨੂੰ ਲੱਗਦਾ ਕਿ ਜਿਹੜੇ ਤੁਹਾਡੇ ਪਰਸਨਲ ਐਕਸਪੀਰੀਐਂਸਿਸ ਨੇ ਉਹਦੇ ਅਕੋਰਡਿੰਗ ਤੁਸੀਂ ਇਹ ਆਪਣੇ ਕੀ ਕਹਿ ਸਕਦੇ ਹੋ, ਬਿਲਕੁਲ ਜਾਇਜ਼ ਹੈ ਨਾ ਤੁਹਾਡਾ ਕਹਿਣਾ। ਮੈਨੂੰ ਏਦਾਂ ਲੱਗਦਾ ਕਿ ਨਾ ਕਿ ਜਿਹੜੀ ਅਨਕੰਡੀਸ਼ਨਲ ਸਪੋਰਟ ਆ ਨਾ, ਮੈਨੂੰ ਬੜੀ ਵਾਰੀ ਮਿਲੀ ਆ ਜ਼ਿੰਦਗੀ 'ਚ। ਇੱਕ ਜਿਹੜੀ ਮਲਟੀਪਲ ਟਾਈਮਸ ਮਿਲੀ ਆ, ਤੇ ਉਹ ਮੈਨੂੰ ਲੱਗਦਾ ਕਿ ਨਾ ਕਿ ਜਾਂ ਤਾਂ ਮੈਂ ਬਹੁਤ ਜ਼ਿਆਦਾ ਲੱਕੀ ਆ, ਠੀਕ ਆ, ਕਿ ਮੈਨੂੰ ਏਦਾਂ ਦੇ ਸ਼ਖਸ ਮੇਰੀ ਜ਼ਿੰਦਗੀ 'ਚ ਮਿਲੇ। ਮੈਂ ਜੋ ਆਪਾਂ ਇਸ ਟੌਪਿਕ ਤੇ ਗੱਲ ਕੀਤੀ ਹਜੇ ਤੱਕ ਨਾ, ਇੰਡੀਪੈਂਡੈਂਟ ਹੋਣ ਦੀ ਜਾਂ ਇੰਟਰਡਿਪੈਂਡੈਂਟ ਹੋਣ ਦੀ, ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ। ਦੋ ਬੰਦੇ ਆ, ਮੈਂ ਜਾਣਦਾ, ਦੋਨੋਂ ਬੰਦਿਆਂ ਨੂੰ ਜਾਣਦਾ। ਇੱਕ ਬੰਦਾ ਆਫਿਸ ਦੇ ਕੰਮਾਂ 'ਚ ਬਹੁਤ ਤੇਜ਼ ਹੈ ਕਿਉਂਕਿ ਉਹਨੂੰ ਪਤਾ ਕਿ ਮੈਂ ਕਿੱਦਾਂ ਕੰਮ ਕਰਾਣਾ। ਇੱਕ ਬੰਦਾ ਸਟਰੀਟ ਸਮਾਰਟ ਹੈ, ਉਹਨੂੰ ਪਤਾ ਕਿ ਜੋ ਲੋਕਲ ਕੰਮ ਹੁੰਦਾ, ਜੋ ਜਗਾੜੀ ਹੈ, ਉਹਨੂੰ ਪਤਾ ਕਿ ਮੈਂ ਕਿੱਦਾਂ ਕੰਮ ਕਰਾਣਾ। ਆਈ ਥਿੰਕ ਇਹ ਮੈਂ ਆਪਣੀ ਲਾਈਫ 'ਚ ਦੇਖੇ ਦੋ ਬੰਦੇ, ਤਾਂ ਮੈਨੂੰ ਏਦਾਂ ਲੱਗਦਾ ਕਿ ਇਹ ਜੋ ਇੰਟਰਡਿਪੈਂਡੈਂਸ ਦੇਖੀ ਹੈ ਨਾ ਮੈਂ ਉਹਨਾਂ ਦੋਨੋਂ ਬੰਦਿਆਂ ਦੀ, ਇਟਸ ਅ ਟੂ ਵੇ ਟ੍ਰਾਂਜੈਕਸ਼ਨ। ਸ਼ਾਇਦ ਸਬਕੌਂਸ਼ੀਅਸਲੀ ਉਹਨਾਂ ਦੋਨੋਂ ਨੂੰ ਇੱਕ ਦੂਜੇ ਤੋਂ ਮਤਲਬ ਹੋਵੇ ਨਾ ਹੋਵੇ, ਇਟਸ ਅ ਡਿਫਰੈਂਟ ਥਿੰਗ, ਰਾਈਟ? ਬਟ ਸਬਕੌਂਸ਼ੀਅਸਲੀ ਉਹ ਟੂ ਵੇ ਟ੍ਰਾਂਜੈਕਸ਼ਨ ਹੈ। Everyone have their own capabilities.
ਤਾਂ ਮੈਨੂੰ ਪਰਸਨਲੀ ਇਦਾਂ ਲੱਗਦਾ, ਮੈਂ ਆ ਚੀਜ਼ ਦੇਖੀ ਹੈ, ਨੋਟਿਸ ਕੀਤੀ ਹੈ ਵਾਈਲ ਗਰੋਇੰਗ ਅਪ। ਸੈਲਫਿਸ਼ ਮੋਟਿਵ ਨਹੀਂ ਹੈ ਦੋਨੋਂ ਨੂੰ ਇੱਕ ਦੂਜੇ ਤੋਂ, ਬਿਲਕੁਲ ਨਹੀਂ ਹੈਗਾ। ਹਾਂ, ਦੋਨੋਂ they can still run without each other। ਹਾਂ, they can still run without each other। ਕਿਸੇ ਦਾ ਕੰਮ ਨਹੀਂ ਰੁਕਦਾ ਕਿਸੇ ਬਗੈਰ, ਕੰਮ ਤਾਂ ਹੋ ਹੀ ਜਾਣਾ, ਹਫ਼ਤੇ ਬਾਅਦ ਹੋ ਜਾਊਗਾ, 10 ਦਿਨ ਬਾਅਦ ਹੋ ਜਾਊਗਾ, ਲੇਕਿਨ ਉਹ ਜੋ ਤੁਹਾਡਾ ਟਾਈਮ ਬਚਾਉਂਦੇ ਆ ਨਾ 5 ਮਿੰਟ 'ਚ ਕੰਮ ਕਰਾ ਕੇ, that makes a big difference। ਮੈਨੂੰ ਇਦਾਂ ਲੱਗਦਾ ਜਦੀਪ, ਦੇਖੋ ਭਾਵੇਂ ਟ੍ਰਾਂਜੈਕਸ਼ਨਲ ਵੀ ਹੋਵੇ ਸਪੋਰਟ, ਠੀਕ ਆ, ਆਮ ਸਟਿਲ ਨੋਟ ਅਗੇਂਸਟ ਇਟ। ਮੈਂ ਆਪਦੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਮੈਂ ਇਹ ਚੀਜ਼ ਸਿੱਖੀ ਆ ਕਿ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਬੰਦਾ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਤੁਸੀਂ ਉਹਦੀ ਦੁੱਖ ਦੀ ਰਗ ਦੇ ਹੱਥ ਨਹੀਂ ਧਰਦੇ। ਜਿੰਨੀ ਦੇਰ ਤੱਕ ਤੁਸੀਂ, ਜਿਵੇਂ ਜਦੀਪ ਤੁਸੀਂ ਗੱਲ ਕੀਤੀ ਕਿ 2 ਕੈਰੈਕਟਰਸ ਦੀ ਤੁਸੀਂ ਗੱਲ ਕੀਤੀ, ਉਹ 2 ਕੈਰੈਕਟਰ ਸਮੂਥ ਚੱਲ ਰਹੇ ਆ ਕਿ ਇੱਕ ਦੂਜੇ ਨੂੰ ਸਪੋਰਟ ਕਰ ਰਹੇ ਆ, ਪਰ ਤੁਸੀਂ ਇਹ ਸੋਚੋ ਫॉर ਇੰਸਟੈਂਸ ਕਿ 1-2 ਵਾਰੀ ਇਦਾਂ ਹੋ ਜੇ ਕਿ ਇੱਕ ਕੈਰੈਕਟਰ ਨੂੰ ਦੂਜੇ ਦੀ ਬਹੁਤ ਲੋੜ ਪਏ ਪਰ ਦੂਜਾ ਉਹਨੂੰ ਸੋਲੂਸ਼ਨ ਨਾ ਦੇ ਪਾਏ, ਕੀ ਉਸ ਕੈਰੈਕਟਰ ਦੇ ਮਨ ਦੇ ਵਿੱਚ ਇੱਕ ਛੋਟਾ ਜਿਹਾ ਗਰਜ ਨਾ ਬਣੂਗਾ? ਹਾਂਜੀ ਮੈਂ ਐਡ ਕਰਦਾ ਇਹਦੇ ਵਿੱਚ, ਤੁਹਾਡਾ ਬਹੁਤ ਵੈਲਿਡ ਪੁਆਇੰਟ ਹੈ। ਤਾਂ ਹੀ ਮੈਂ ਕਿਹਾ ਨਾ, ਆਪਾਂ ਅਗਰ ਹਿਊਮਨ ਸਪੀਸੀਜ਼ ਇੰਟਰਡਿਪੈਂਡੈਂਟ ਹੈ, ਆਪਾਂ ਨੂੰ ਹਰ ਕਿਸੇ ਨਾਲ ਇੰਟਰਡਿਪੈਂਡੈਂਟ ਰਹਿਣ ਦੀ ਲੋੜ ਵੀ ਨਹੀਂ ਨਾ। ਤੁਸੀਂ ਆਪਣੇ ਫਰੈਂਡਸ ਚੂਜ਼ ਕਰ ਸਕਦੇ ਹੋ, ਤੁਸੀਂ ਆਪਣਾ ਸਰਕਲ ਚੂਜ਼ ਕਰ ਸਕਦੇ ਹੋ, ਤੁਸੀਂ ਆਪਣਾ ਸਰਕਲ ਚੇਂਜ ਵੀ ਕਰ ਸਕਦੇ ਹੋ। ਦੇਖੋ ਭਾਜੀ, ਮੈਨੂੰ ਲੱਗਦਾ ਕਿ ਜਿਹੜੀ ਐਕਸਪੈਕਟੇਸ਼ਨ ਹੈ ਨਾ, ਉਹ ਲੈ ਕੇ ਆਉਂਦੀ ਹੈ ਗਰਜ। ਬੰਦੇ ਦੇ ਹਾਲਾਤ ਬਦਲਦੇ ਨੇ ਲਗਾਤਾਰ ਜ਼ਿੰਦਗੀ ਦੇ ਵਿੱਚ। ਕਈ ਵਾਰੀ ਵਾਕਈ ਬੰਦਾ ਤੁਹਾਡੀ ਮਦਦ ਨਹੀਂ ਕਰ ਸਕਦਾ, ਕਿ ਕਈ ਵਾਰੀ ਜਾਣ ਬੁੱਝ ਕੇ ਨਹੀਂ ਕਰਨਾ ਚਾਹੁੰਦਾ, ਬਟ ਜਿੱਦਾਂ ਜਦੀਪ ਨੇ ਕਿਹਾ, ਇਹਦੇ 'ਚ ਐਕਸਪੈਕਟੇਸ਼ਨ ਤੇ ਦੂਜਾ ਵਰਡ ਮੈਂ ਐਡ ਕਰਨਾ ਚਾਹੂੰਗਾ, ਗ੍ਰੈਟੀਟਿਊਡ। ਬੰਦੇ ਨੂੰ ਹਮੇਸ਼ਾ ਜਿਹੜੇ ਉਹਦੇ ਤੁਹਾਡੇ ਪੁਰਾਣੇ ਚੰਗੇ ਕੰਮ ਨੇ, ਉਹਨੂੰ ਵੀ ਥੈਂਕਫੁਲ ਬੰਦੇ ਨੂੰ ਰਹਿਣਾ ਚਾਹੀਦਾ, ਗ੍ਰੇਟਫੁਲ ਹੋਣਾ ਚਾਹੀਦਾ। ਤੇ ਦੂਜੀ ਗੱਲ, ਐਕਸਪੈਕਟੇਸ਼ਨਸ ਆਪਣੀਆਂ ਜਮਾਂ ਨੀਵੀਆਂ ਲੈ ਕੇ ਚੱਲਣੀਆਂ ਚਾਹੀਦੀਆਂ। ਅੱਜ ਰੈਪ ਅਪ ਥੋੜਾ ਜਿਹਾ ਅਲੱਗ ਤਰੀਕੇ ਨਾਲ ਕਰਦੇ ਹਾਂ ਕਿ ਅੱਜ ਤੋਂ ਜੋ ਪੂਰੀ ਡਿਸਕਸ਼ਨ ਹੋਈ ਹੈ, ਇਸ ਚੋਂ ਕੋਈ ਇੱਕ ਚੀਜ਼ ਜੋ ਤੁਸੀਂ ਸਮਰਾਈਜ਼ ਕੀਤੀ ਹੋਵੇ, ਜੋ ਮੈਂ ਜਾਂ ਅਨੁਭਵ ਨੇ ਕਹੀ ਹੋਵੇ, ਉਹ ਜੋ ਤੁਸੀਂ ਆਪਣੀ ਜੋ ਇੱਕ ਪਰਸੈਪਸ਼ਨ ਸੀ ਉਹਦੇ 'ਚ ਐਡ ਕਰ ਸਕੋ। ਪ੍ਰੈਕਟੀਕੈਲਿਟੀ ਬਹੁਤ ਰੱਖੀ ਆ ਤੁਸੀਂ ਇਸ ਪੂਰੇ ਉਸਦੇ ਵਿੱਚ, ਪੋਡਕਾਸਟ ਦੇ ਵਿੱਚ, ਕਿ ਜਿਹੜੀ ਖੁਦ ਨੂੰ ਜਿੱਤਣ, ਇੱਕ ਆਪਣੀ ਜਿੱਤ ਤੇ ਪਲੱਸ ਜਿਹੜੀ ਸਹਾਇਤਾ ਲੈਣੀ ਆਪਾਂ ਦੋਨੋਂ ਕਿਸੇ ਤੇ, ਤੁਸੀਂ ਇਹਨੂੰ ਰੂਪ ਦਿੱਤਾ ਟ੍ਰਾਂਜੈਕਸ਼ਨ ਦਾ। ਉਹ ਮੈਨੂੰ ਗੱਲ ਇਸ ਕਰਕੇ ਚੰਗੀ ਲੱਗੀ ਕਿਉਂਕਿ ਪ੍ਰੈਕਟੀਕਲੀ ਉਹ ਜ਼ਿਆਦਾ ਫਿਜ਼ੀਬਲ ਚੀਜ਼ ਆ। ਉਹ ਤਕਰੀਬਨ ਹਰ ਇੱਕ ਜਗ੍ਹਾ ਤੇ ਮਤਲਬ ਕਿ ਲਾਗੂ ਹੁੰਦੀ ਆ ਜਿੱਥੇ ਮਦਦ ਇੱਕ ਟ੍ਰਾਂਜੈਕਸ਼ਨਲ ਤੌਰ ਤੇ ਉੱਤੇ ਹੁੰਦੀ ਆ। ਥੈਂਕਸ ਹਰਪ੍ਰੀਤ। ਅਨੁਭਵ, ਤੁਹਾਡਾ ਕੀ ਕਾਲ ਆਊਟ ਹੈ, ਕੀ ਟੇਕ ਅਵੇ ਅੱਜ ਦਾ? ਅਗਰ ਕੋਈ ਨਹੀਂ ਹੈ ਤਾਂ ਵੀ ਦੱਸ ਦਿਓ। ਥੋੜਾ ਜਿਹਾ ਹਰਪ੍ਰੀਤ ਦੇ ਨਹੀਂ ਹੈ, ਬਿਲਕੁਲ ਹੈ। ਮੋਸਟਲੀ ਜਿਹੜੀਆਂ ਟ੍ਰਾਂਜੈਕਸ਼ਨਸ ਆਪਾਂ ਕਰਦੇ ਪਏ ਆ ਨਾ, ਜਾਂ ਜਿਹੜੀਆਂ ਆਪਾਂ ਹੈਲਪਸ ਹੈ ਜਾਂ ਸਪੋਰਟ ਦੀ ਆਪਾਂ ਗੱਲ ਕਰਦੇ ਹਾਂ, ਮੋਸਟਲੀ ਕਿਤੇ ਨਾ ਕਿਤੇ ਜਾ ਕੇ ਟ੍ਰਾਂਜੈਕਸ਼ਨਲ ਹੈਗੀਆਂ ਜਿਨ੍ਹਾਂ ਨਾਲ ਆਪਾਂ ਡੀਲ ਕਰਦੇ ਹਾਂ। ਉਹ ਬਿਨਾਂ ਕਿਸੇ, ਜਿਵੇਂ ਹਰਪ੍ਰੀਤ ਨੇ ਐਗਜ਼ਾਮਪਲਸ ਦਿੱਤੀਆਂ ਸੀ ਕਿ ਤਾਂ ਵੀ ਮੇਰੀ ਮਦਦ ਹੋਈ ਜਾਂ ਤਾਂ ਵੀ ਮੇਰੀ ਮਦਦ ਕੀਤੀ ਗਈ ਜਾਂ ਮੈਂ ਕੀਤੀ, ਉਹ ਚੀਜ਼ਾਂ ਮੈਂ ਬਹੁਤ ਘੱਟ ਦੇਖੀਆਂ ਆਪਦੀ ਲਾਈਫ ਦੇ ਵਿੱਚ। ਮੈਨੂੰ ਤਾਂ ਇਹੀ ਲੱਗਦਾ ਵੀ ਘੱਟ ਹੁੰਦੀਆਂ। ਜ਼ਿਆਦਾਤਰ ਉਹੀ ਚੀਜ਼ਾਂ, ਉਹੀ ਮਦਦ ਹੈਗੀ ਆ ਜਿਹਦਾ ਤੁਹਾਨੂੰ ਕਿ ਮੁੱਲ ਦੇਣਾ ਹੀ ਪੈਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸੋ ਜਿਹੜੀ ਗੱਲ ਇੱਕ ਹਰਪ੍ਰੀਤ ਨੇ ਕਹੀ, ਮੈਨੂੰ ਜਿਹੜੀ ਸਭ ਤੋਂ ਵਧੀਆ ਲੱਗੀ ਅੱਜ, ਉਹ ਇਹ ਸੀ ਕਿ ਜਦੋਂ ਕੋਈ ਵੀ ਮਦਦ ਮੰਗ ਰਿਹਾ, he should know the consequence ਕਿ ਉਹ ਮਦਦ ਉਹਦੇ ਲਈ ਕਿੰਨੀ ਕੁ ਜ਼ਰੂਰੀ ਹੈ। ਗ੍ਰੈਟੀਟਿਊਡ ਦੀ ਜਿਹੜੀ ਆਪਾਂ ਗੱਲ ਕਰ ਰਹੇ ਉਹ ਜ਼ਰੂਰ ਹੋਣਾ ਚਾਹੀਦਾ। ਕਿਤੇ ਨਾ ਕਿਤੇ ਆ ਕੇ ਨਾ, ਹੋ ਸਕਦਾ ਤੁਸੀਂ ਕੋਈ ਮਟੀਰੀਅਲਿਸਟਿਕ ਕੁਝ ਡਿਮਾਂਡ ਨਾ ਕਰੋ, ਪਰ ਤੁਹਾਡੇ ਅੰਦਰ ਇੱਕ ਮਨ ਨੂੰ ਸ਼ਾਂਤੀ ਜ਼ਰੂਰ ਮਿਲੂਗੀ ਜਦੋਂ ਕੋਈ ਤੁਹਾਡੇ ਤੋਂ ਮਦਦ ਲੈਣ ਵਾਲਾ ਤੁਹਾਡਾ ਰਿਗਾਰਡ ਕਰੂਗਾ, ਤੁਹਾਡੀ ਉਸ ਗੱਲ ਦੀ ਕਦਰ ਪਾਊਗਾ ਵੀ ਯਾਰ ਹਾਂ ਇਸ ਬੰਦੇ ਨੇ ਮੇਰੀ ਮਦਦ। ਸੋ ਮਤਲਬ one should be grateful। ਉਹੀ ਮੈਂ ਕਿਹਾ ਨਾ, ਸਬਕੌਂਸ਼ੀਅਸਲੀ ਵੀ ਅਗਰ ਤੁਸੀਂ ਟ੍ਰਾਂਜੈਕਸ਼ਨ ਕਰ ਰਹੇ ਹੋ, ਇਟਸ ਹੈਵੀਲੀ ਬੇਸਡ ਔਨ ਯੂਰ ਇਮੋਸ਼ਨਲ ਸਾਈਡ। ਸੋ ਪ੍ਰੈਕਟੀਕੈਲਿਟੀ ਨੂੰ ਇਮੋਸ਼ਨਲ ਸਾਈਡ ਦੇ ਨਾਲ ਪੈਰਲਲ ਚਲਾਓ, ਇਟ ਵੁੱਡ ਬੀ ਗੁੱਡ। ਸੋ end of the day we all are learning। end of the day we all are still developing। Thanks Harpreet, thanks Anubhav। Chalo, thanks a lot, take care, stay safe।